ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਅੱਜ ਦੀ ਕਲਾਸ ਵਿੱਚ ਅਸੀਂ ਸ੍ਰੀ ਰਾਗ ਕੀ ਵਾਰ ਦੀ ਜੋ ਲੜੀਵਾਰ ਵਿਆਖਿਆ ਚੱਲ ਰਹੀ ਹੈ ਉਸੇ ਨੂੰ ਅੱਗੋਂ ਕੰਟੀਨਿਊ ਕਰਾਂਗੇ। ਇਸ ਤੋਂ ਪਹਿਲਾਂ ਕਿ ਮੈਂ ਸ੍ਰੀ ਰਾਗ ਕੀ ਵਾਰ ਦਾ ਜੋ ਅਗਲਾ ਸ਼ਲੋਕ ਔਰ ਪੌੜੀ ਆਪ ਜੀ ਦੇ ਨਾਲ ਸਾਂਝੀ ਕਰਾਂ, ਇੱਕ ਜ਼ਰੂਰੀ ਸੂਚਨਾ ਸਾਰਿਆਂ ਦੀ ਯਾਦ ਵਾਸਤੇ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਸਿੱਖ ਮਿਸ਼ਨਰੀ ਕਾਲਜ ਦਾ ਜੋ ਰੈਗੂਲਰ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਵਿਖੇ ਚੱਲ ਰਿਹਾ ਹੈ, ਉਸ ਦੇ ਜੋ ਪ੍ਰਿੰਸੀਪਲ ਸਨ ਸਰਦਾਰ ਸੁਰਿੰਦਰ ਸਿੰਘ ਜੀ, ਜੋ ਸਾਡੀ ਇਸ ਗੁਰਮਤਿ ਕਲਾਸਾਂ ਦੇ ਵਿੱਚ ਵੀ ਪਹਿਲਾਂ ਕਾਫੀ ਹਾਜ਼ਰੀ ਭਰਦੇ ਰਹੇ ਹਨ, ਉਹਨਾਂ ਦੀ ਅੱਜ ਸਵੇਰੇ ਅੰਮ੍ਰਿਤ ਵੇਲੇ ਬਲਕਿ ਰਾਤ ਦੇ 12-1 ਵਜੇ ਦੇ ਬਾਅਦ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੇ ਚਲਾਣਾ ਕਰਕੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਸੰਸਕਾਰ ਅੱਜ ਸ਼ਾਮ ਨੂੰ 4 ਵਜੇ ਸ੍ਰੀ ਅਨੰਦਪੁਰ ਸਾਹਿਬ ਹੀ ਕੀਤਾ ਗਿਆ ਹੈ। ਸੋ ਸਿੱਖ ਮਿਸ਼ਨਰੀ ਕਾਲਜ ਦੇ ਔਰ ਧਰਮ ਪ੍ਰਚਾਰ ਦੇ ਖੇਤਰ ਵਿੱਚ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਜੂਨੀਅਰ ਮੀਤ ਪ੍ਰਧਾਨ ਦੀ ਸੇਵਾ ਵੀ ਨਿਭਾ ਰਹੇ ਸਨ। ਸੋ ਅਕਾਲ ਪੁਰਖ ਅੱਗੇ ਬੇਨਤੀ ਹੈ ਕਿ ਉਹਨਾਂ ਦੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ। ਤੋ ਇਸ ਤੋਂ ਬਾਅਦ ਹੁਣ ਅਸੀਂ ਆਰੰਭ ਕਰਦੇ ਹਾਂ ਸ੍ਰੀ ਰਾਗ ਕੀ ਵਾਰ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ। ਸੋ ਸ਼ਲੋਕ ਮਹਿਲਾ ਤੀਜਾ। ਹਉ ਹਉ ਕਰਤੀ ਸਭ ਮੁਈ, ਸੰਪੋ ਕਿਸੇ ਨਾ ਨਾਲ, ਦੂਜੇ ਭਾਏ ਦੁਖ ਪਾਇਆ, ਸਭ ਜੋਹੀ ਜਮ ਕਾਲ, ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ। ਹਾਂ ਹਾਂ ਯਾਨੀ ਕਿ ਮੈਂ ਹੋਂ ਦਾ ਆਖਰੀ ਅਰਥ ਹੈ ਮੈਂ। ਸਾਰੇ ਮੈਂ ਹੀ ਕਰਦੇ ਹਨ ਦੁਨੀਆ ਦੇ ਵਿੱਚ। ਇਹ ਹਉਮੈ ਦਾ ਰੋਗ ਪ੍ਰਭੂ ਦੀ ਐਸੀ ਰਚਨਾ ਹੈ, ਖੇਡ ਹੈ ਕਿ ਉਸਨੇ ਜਦੋਂ ਜੀਵ ਨੂੰ ਪੈਦਾ ਕੀਤਾ ਹੈ ਤੇ ਮਨੁੱਖ ਨੂੰ ਇਹ ਹਉਮੈ ਦਾ ਰੋਗ ਵੀ ਨਾਲ ਹੀ ਦੇ ਦਿੱਤਾ ਹੈ, ਹਉਮੈ ਦਾ ਪਸਾਰਾ ਵੀ ਨਾਲ ਹੀ ਬਣਾ ਦਿੱਤਾ ਹੈ। ਗੁਰਬਾਣੀ 'ਚ ਇੱਕ ਪੰਕਤੀ ਵੀ ਆਉਂਦੀ ਹੈ, ਹਉਮੈ ਰੋਗ ਮਾਨੁਖ ਕੋ ਦੀਨਾ। ਕਿੰਨੇ ਦਿੱਤਾ ਤਾਂ ਅਕਾਲ ਪੁਰਖ ਨਹੀਂ ਹੈ, ਪਰ ਉਸਨੇ ਇਸ ਖੇਡ ਦੇ ਵਿੱਚ ਸਿਰਫ ਰੋਗ ਹੀ ਨਹੀਂ ਦਿੱਤਾ, ਉਹਦਾ ਇਲਾਜ ਕਰਨ ਦਾ ਢੰਗ ਵੀ ਨਾਲ ਹੀ ਪੈਦਾ ਕਰ ਦਿੱਤਾ ਹੈ। ਔਰ ਉਹ ਢੰਗ ਹੈ ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਦੇ ਪਾਸੋਂ ਜੀਵਨ ਜਾਂਚ ਸਿੱਖ ਕੇ ਇਸ ਹਉਮੈ ਦਾ ਟਾਕਰਾ ਕਰਨ ਦੀ ਜਾਂਚ ਪ੍ਰਾਪਤ ਹੋ ਜਾਂਦੀ ਹੈ। ਇਸ ਹਉਮੈ ਤੇ ਕਾਬੂ ਪਾ ਕੇ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਅਸੀਂ ਇਸ ਜੀਵਨ ਵਿੱਚ ਆਪਣਾ ਮੰਜ਼ਿਲ ਹਾਸਲ ਕਰ ਸਕਦੇ ਹਾਂ। ਤੋ ਇਹ ਹਉਮੈ ਔਰ ਨਾਮ ਇਹ ਦੋਨੋਂ ਇਸ ਖੇਡ ਦਾ ਪਾਰਟ ਹਨ। ਨਾਮ ਦੇ ਰਾਹੀਂ ਹੀ ਅਸੀਂ ਹਉਮੈ ਤੋਂ ਉੱਚੇ ਉੱਠ ਕੇ ਆਪਣੇ ਜੀਵਨ ਦੀ ਮੰਜ਼ਿਲ ਪ੍ਰਾਪਤ ਕਰਦੇ ਹਾਂ। ਪਰ ਜਿਹੜੇ ਗੁਰੂ ਦੀ ਸ਼ਰਨ 'ਚ ਨਹੀਂ ਪੈਂਦੇ, ਹਉਮੈ ਉਹਨਾਂ ਦੇ ਉੱਤੇ ਆਪਣਾ ਗਲਬਾ ਪਾ ਲੈਂਦੀ ਹੈ, ਉਹ ਹਉਮੈ ਦੇ ਵਿੱਚ ਗ੍ਰਸੇ ਜਾਂਦੇ ਹਨ, ਫਸ ਜਾਂਦੇ ਹਨ ਤੇ ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਉਹਨਾਂ ਦੀ ਅਵਸਥਾ ਐਸੀ ਹੋ ਜਾਂਦੀ ਹੈ ਕਿ ਆਤਮਕ ਤੌਰ ਦੇ ਉੱਤੇ ਮਾਨੋ ਉਹ ਮਰੇ ਹੋਏ ਹੀ ਜੀਵਨ ਬਤੀਤ ਕਰਦੇ ਹਨ। ਆਤਮਕ ਮੌਤ ਦਾ ਭਾਵ ਕੀ ਹੈ ਕਿ ਉਹ ਬਿਲਕੁਲ ਹੀ ਇਗਨੋਰੈਂਟ ਹਨ, ਅਵੇਸਲੇ ਹਨ ਆਪਣੇ ਮਨੁੱਖਾ ਜੀਵਨ ਦੇ ਅਸਲ ਮਨੋਰਥ ਵੱਲੋਂ। ਪਰਮਾਤਮਾ ਦੇ ਨਾਲ ਉਹਨਾਂ ਦਾ ਕੋਈ ਪਿਆਰ ਦਾ ਰਿਸ਼ਤਾ ਸੰਬੰਧ ਨਹੀਂ ਹੁੰਦਾ ਤੇ ਕੇਵਲ ਦੁਨਿਆਵੀ ਪਦਾਰਥਾਂ ਦੇ ਨਾਲ ਹੀ ਉਹਨਾਂ ਦੀ ਸੁਰਤ ਜਿਹੜੀ ਹੈ ਜੁੜੀ ਰਹਿੰਦੀ ਹੈ। ਸੋ ਉਸੇ ਅਵਸਥਾ ਦਾ ਵਰਣਨ ਗੁਰੂ ਅਮਰਦਾਸ ਪਾਤਸ਼ਾਹ ਇਸ ਪੰਕਤੀ 'ਚ ਕਰ ਰਹੇ ਹਨ ਕਿ ਹਉ ਹਉ ਕਰਤੀ ਸਭ ਮੁਈ, ਸੰਪੋ ਕਿਸੇ ਨਾ ਨਾਲ। ਸੰਪੋ ਲਫ਼ਜ਼ ਜਿਹੜਾ ਹੈ ਸੰਪत्ति ਵਾਸਤੇ ਆਇਆ ਹੈ, ਭਾਵ ਧਨ ਪਦਾਰਥ ਮਾਇਆ। तो सारी लुकाई इन जनरल कुछ एक विरलियां ਨੂੰ ਛੱਡ ਕੇ, ਜਿਵੇਂ ਬਾਣੀ ਕਹਿੰਦੀ ਹੈ ਕਿ ਹੈਨ ਵਿਰਲੇ ਨਾ ਹੀ ਕਨੇ,
तो विरले ही हैं ਜਿਹੜੇ ਇਸ ਹਉਮੈ ਦੇ ਰੋਗ ਤੋਂ ਬਚੇ ਹੁੰਦੇ ਹਨ। ਬਾਕੀ ਇਨ ਜਨਰਲ ਤਾਂ ਸਾਰੀ ਲੋਕਾਈ ਜਿਹੜੀ ਹੈ ਉਹ ਹਉਮੈ ਦੇ ਰੋਗ ਨਾਲ ਹੀ ਗ੍ਰਸੀ ਹੋਈ ਹੁੰਦੀ ਹੈ ਤੇ ਮੈਂ ਕਰਦੀ ਹੋਈ ਆਤਮਕ ਮੌਤੇ ਮਰੀ ਹੁੰਦੀ ਹੈ। ਇਹ ਇਸ ਗੱਲ ਤੋਂ ਅਵੇਸਲੇ ਰਹਿੰਦੇ ਹਨ ਕਿ ਜਿਸ ਮਾਇਆ ਦੀ ਖਾਤਰ ਉਹ ਹੰਕਾਰ ਕਰਦੇ ਹਨ, ਆਪਣੀ ਹਉਮੈ ਦੇ ਵਿੱਚ ਖਚਤ ਰਹਿੰਦੇ ਹਨ, ਉਹ ਮਾਇਆ ਕਿਸੇ ਦੇ ਨਾਲ ਨਹੀਂ ਚਲਦੀ, ਉਹ ਨਾਲ ਨਹੀਂ ਨਿਭਦੀ। ਸੋ ਧਨ ਕਿਸੇ ਦੇ ਨਾਲ ਨਹੀਂ ਚੱਲਦਾ, ਪਰ ਧਨ ਦੀ ਵਜ੍ਹਾ ਦੇ ਨਾਲ ਜੀਵ ਹੰਕਾਰੀ ਹੋ ਕੇ ਆਤਮਕ ਮੌਤੇ ਮਰ ਜਾਂਦਾ ਹੈ। ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ। ਦੂਜੇ ਪਾਏ ਤੋਂ ਭਾਵ ਹੀ ਹੈ ਮਾਇਆ ਦੇ ਪਿਆਰ ਦੇ ਵਿੱਚ। ਇਹ ਦੂਜਾ ਲਫ਼ਜ਼ ਆਮ ਤੌਰ ਦੇ ਉੱਤੇ ਗੁਰਬਾਣੀ ਵਿੱਚ ਮਾਇਆ ਦੇ ਵਾਸਤੇ ਹੀ ਵਰਤਿਆ ਜਾਂਦਾ ਹੈ। ਪਾਏ ਦਾ ਅਰਥ ਹੈ ਪਿਆਰ। ਮਾਇਆ ਦੇ ਪਿਆਰ ਦੇ ਵਿੱਚ ਫਸ ਕੇ ਇਨਸਾਨ ਦੁੱਖ ਪ੍ਰਾਪਤ ਕਰਦੇ ਹਨ। ਕਾਰਨ ਕਿ ਮਾਇਆ ਦੇ ਨਾਲ ਜੋ ਪਿਆਰ ਕਰਦੇ ਹਨ ਉਹ ਹੋਰ ਚੀਜ਼ਾਂ ਨੂੰ ਹਾਸਲ ਕਰਨਾ ਚਾਹੁੰਦੇ ਹਨ। ਜਿਹੜੀਆਂ ਚੀਜ਼ਾਂ ਹਾਸਲ ਹੋ ਗਈਆਂ ਨੇ ਉਹਨਾਂ ਨਾਲ ਰਸ ਮਾਣਨਾ ਚਾਹੁੰਦੇ ਹਨ ਤੇ ਉਹਨਾਂ ਦੇ ਫਿਕਰ 'ਚ ਰਹਿੰਦੇ ਹਨ ਕਿ ਕਿਧਰੇ ਖੁਸ ਨਾ ਜਾਣ, ਕਿਧਰੇ ਗਵਾਚ ਨਾ ਜਾਣ। ਤੇ ਫਿਰ ਵੀ ਉਹਨਾਂ ਚੀਜ਼ਾਂ ਦਾ ਰਸ ਮਾਣਦਿਆਂ ਹੋਇਆਂ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ। ਹੋਰ ਦੀ ਕਾਮਨਾ ਫਿਰ ਵੀ ਬਣੀ ਰਹਿੰਦੀ ਹੈ। ਸਹਿਜ ਖਟੇ ਲੱਖੋ ਉਠਤਾਵੇ, ਤ੍ਰਿਪਤ ਨਾ ਹੋਵੇ ਮਾਇਆ ਪਾਛੇ ਪਾਵੇ। ਤੋ ਦੂਜੇ ਪਾਏ ਦੁੱਖ ਪਾਇਆ, ਉਹ ਇਸ ਕਰਕੇ ਵੀ ਕਿਉਂਕਿ ਜਿੰਨੀ ਉਹਦੀ ਕਾਮਨਾ ਵੱਧਦੀ ਜਾਂਦੀ ਹੈ, ਜਿੰਨੀਆਂ ਇੱਛਾਵਾਂ ਵੱਧਦੀਆਂ ਜਾਂਦੀਆਂ ਨੇ, ਉਨੀ ਪ੍ਰਾਪਤੀ ਹੁੰਦੀ ਨਹੀਂ ਹੈ। ਤੇ ਜਿੰਨੀ ਪ੍ਰਾਪਤੀ ਹੋ ਜਾਂਦੀ ਹੈ ਉਸ ਤੋਂ ਕਿਤੇ ਵੱਧ ਇੱਛਾਵਾਂ ਹੋਰ ਨਵੀਆਂ ਜਨਮ ਲੈ ਲੈਂਦੀਆਂ ਹਨ। ਵਿਦਵਾਨ ਇਸ ਗੱਲ ਨੂੰ ਇੰਜ ਵੀ ਪ੍ਰਗਟ ਕਰਦੇ ਹਨ ਕਿ ਕੋਈ ਵੀ ਇੱਕ ਇੱਛਾ ਜਦੋਂ ਇਨਸਾਨ ਪੂਰੀ ਕਰਦਾ ਹੈ ਤਾਂ ਉਹ ਪੂਰੀ ਹੋਈ ਇੱਛਾ ਅੱਗੋਂ 10 ਇੱਛਾਵਾਂ ਨੂੰ ਹੋਰ ਜਨਮ ਦੇ ਦਿੰਦੀ ਹੈ ਤੇ ਫਿਰ ਇਨਸਾਨ ਉਹਨਾਂ 10 ਇੱਛਾਵਾਂ ਦੀ ਪੂਰਤੀ ਦੇ ਯਤਨ ਵਿੱਚ ਲੱਗ ਜਾਂਦਾ ਹੈ। ਤੇ ਜਦ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਇਸ ਗੱਲ ਤੋਂ ਦੁਖੀ ਰਹਿੰਦਾ ਹੈ। ਪਰ ਉਹ 10 ਇੱਛਾਵਾਂ ਪੂਰੀਆਂ ਹੋਈਆਂ 100 ਨੂੰ ਜਨਮ ਦੇ ਦਿੰਦੀਆਂ ਹਨ ਤੇ ਹੁਣ ਤਾਂ ਕੋਈ ਤੋੜ ਬਚਦਾ ਹੀ ਨਹੀਂ ਹੈ ਕਿ ਉਹ ਕਦੀ ਉਹਨੂੰ ਸਬਰ ਜਾਂ ਸੰਤੋਖ ਆਏਗਾ। तो इसलिए दूजे पाए दुख पाया सब जो ही जम काल। तो ऐसे लोगों के उत्ते जम की हमेशा ही नज़र रहिंदी है। वो मौत के अधीन, मौत के डर के भी अधीन रहते हैं, डर तो कंबते रहते हैं। उन्होंने लगता है कि किते साडियां इच्छावां पूरियां होने तो पहला ही किते मौत ही ना सानू फड़ के लिया जाए। साडे समाज विच आम बजुर्गों के कोलों ना इहो जिहियां गल्लां सुनन नूं मिलदियां ने। बस मैं तो बस उड़ीक रहा वां कि मेरा ना पोतरा जिहड़ा है ना वो वड्डा हो जाए, ਉਹਦਾ ਵਿਆਹ देख लवां। ਜਿਹੜੇ ਅਜੇ थोड़ी घट उम्र के ਹੁੰਦੇ ਨੇ ਉਹਨਾਂ ਨੂੰ ਪੁੱਤਰ ਧੀਆਂ ਦੇ ਵਿਆਹ ਦੀ ਹੁੰਦੀ ਹੈ ਵੀ ਉਹਨਾਂ ਦੇ ਵਿਆਹ ਦੇਖ ਲਈਏ। ਫਿਰ ਉਸ ਤੋਂ ਬਾਅਦ ਹੁੰਦੀ ਹੈ ਵੀ ਉਹਨਾਂ ਦੇ ਅੱਗੋਂ ਬੱਚੇ ਹੋ ਜਾਣ, ਮੈਂ ਪੋਤੇ ਪੋਤੀ ਨੂੰ ਆਪਣੀ ਗੋਦ 'ਚ ਖਿਲਾ ਲਵਾਂ। ਪਹਿਲੇ ਉਹਨਾਂ ਦੀ ਇਹ ਕਾਮਨਾ ਹੁੰਦੀ ਹੈ। ਫਿਰ ਉਹ ਗੋਦੀ 'ਚ ਖੇਡ ਲੈਂਦੇ ਹਨ, ਥੋੜੇ ਵੱਡੇ ਹੋ ਜਾਂਦੇ ਹਨ, ਫਿਰ ਹੁੰਦੇ ਹਨ ਕਿ ਵੀ ਇਹ ਥੋੜੇ ਹੋਰ ਵੱਡੇ ਹੋ ਜਾਣ, ਜਵਾਨ ਹੋ ਜਾਣ, ਫਿਰ ਇਹਨਾਂ ਦਾ ਵਿਆਹ ਹੋ ਜਾਏ। ਫਿਰ ਪੋਤੇ ਪੋਤੀਆਂ ਦੇ ਅੱਗੋਂ ਅਗਲੀ ਉਹਨਾਂ ਦੀ ਔਲਾਦ ਦੀ ਕਾਮਨਾ ਆਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਗੱਲ ਮੁੱਕਦੀ ਨਹੀਂ ਹੈ ਕਿਧਰੇ। ਤੇ ਪਰ ਨਾਲ ਦੇ ਨਾਲ ਫਿਕਰ ਇਹ ਵੀ ਸਤਾਈ ਜਾਂਦਾ ਹੈ ਕਿ ਭਈ ਇਹ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦਿਆਂ ਕਿ ਮੌਤ ਹੀ ਨਾ ਪਹਿਲਾਂ ਫੜ ਕੇ ਲੈ ਜਾਵੇ ਤੇ ਮੇਰੀਆਂ ਇੱਛਾਵਾਂ ਧਰੀਆਂ ਤੇ ਧਰਾਈਆਂ ਰਹਿ ਜਾਣ। ਤਾਂ ਇਸ ਲਈ ਉਹ ਜੋ ਮੌਤ ਦੀ ਅਸਰ ਹੈ, ਜੋ ਹੀ ਦਾ ਅਰਥ ਹੁੰਦਾ ਹੈ ਨਜ਼ਰ, ਕਿ ਜਮ ਕਾਲ ਉਹਨਾਂ ਦੇ ਉੱਤੇ ਉਹਨਾਂ ਨੂੰ ਘੂਰਦਾ ਰਹਿੰਦਾ ਹੈ, ਉਹਨਾਂ ਦੇ ਉੱਤੇ ਨਜ਼ਰ ਰੱਖੀ ਰੱਖਦਾ ਹੈ। ਤਾਂ ਜਮ ਕਾਲ ਦੀ ਨਜ਼ਰ ਤਾਂ ਸਭ ਦੇ ਉੱਤੇ ਹੀ ਹੁੰਦੀ ਹੈ। ਜਾਣਾ ਤਾਂ ਹਰ ਕਿਸੇ ਨੇ ਆਪਣੇ ਸਮੇਂ ਦੇ ਮੁਤਾਬਕ ਹੀ ਹੁੰਦਾ ਹੈ। ਪਰ ਜਿਹੜੇ ਮਾਇਆ ਦੇ ਵਿੱਚ ਖਚਤ ਹੁੰਦੇ ਹਨ, ਜਿਹੜੇ ਆਪਣੀ ਹਉਮੈ ਦੇ ਵਿੱਚ ਗ੍ਰਸਤ ਹੁੰਦੇ ਹਨ, ਉਹ ਮੌਤ ਤੋਂ ਘਬਰਾਉਂਦੇ ਬਹੁਤ ਹਨ ਕਿਉਂਕਿ ਉਹਨਾਂ ਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਫਿਕਰ ਹੁੰਦੀ ਹੈ ਤੇ ਮੌਤ ਤੋਂ ਉਹਨਾਂ ਨੂੰ ਡਰ ਹੁੰਦਾ ਹੈ। ਪਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਉਹਨਾਂ ਦੀ ਸੋਚ ਵਿੱਚ ਇਹ ਗੱਲ ਟਿਕ ਜਾਂਦੀ ਹੈ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਜਨਮ ਔਰ ਮਰਨ ਇਹ ਸਭ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਹੈ। ਨਾ ਕੋਈ ਪਹਿਲਾਂ ਮਾਰ ਸਕਦਾ ਹੈ ਤੇ ਨਾ ਹੀ ਕੋਈ ਸਮਾਂ ਪੂਰਾ ਹੋਣ ਤੋਂ ਬਾਅਦ ਜਿੰਦਾ ਰੱਖ ਸਕਦਾ ਹੈ। ਤਾਂ ਇਸ ਲਈ ਉਹ ਫਿਰ ਮੌਤ ਤੋਂ ਘਬਰਾਉਂਦੇ ਨਹੀਂ ਹਨ। ਉਹ ਉਸ ਨੂੰ ਇੱਕ ਫੈਕਟ ਆਫ ਲਾਈਫ ਮੰਨ ਕੇ ਚੱਲਦੇ ਹਨ ਔਰ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਨ। तो इसे चीज नूं ही गुरु साहब ने इस तरह फरमाया है, नानक गुरमुख उभरे साचा नाम संभाल। तो गुरु दे सन्मुख रहन वाले जड़े हन
ਉਹ ਸਦਾ ਥਿਰ ਪ੍ਰਭੂ ਦਾ ਨਾਮ ਹਿਰਦੇ ਵਿੱਚ ਟਿਕਾ ਕੇ ਇਸ ਦੁਨਿਆਵੀ ਫਿਕਰਾਂ ਤੋਂ, ਇਹਨਾਂ ਤ੍ਰਿਸ਼ਨਾ ਤੋਂ, ਮਾਇਕ ਪਦਾਰਥਾਂ ਦੀ ਪ੍ਰਾਪਤੀ ਦੇ ਲਾਲਚ ਤੋਂ, ਇੱਛਾਵਾਂ ਦੀ ਪੂਰਤੀ ਕਰਨ ਦੇ ਆਹਰ ਤੋਂ ਉੱਚੇ ਉੱਠ ਜਾਂਦੇ ਹਨ। ਉਹਨਾਂ ਨੂੰ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਦੀ ਪੂਰਤੀ, ਇਹਨਾਂ ਇੱਛਾਵਾਂ ਦੀ ਪੂਰਤੀ ਦੇ ਵਿੱਚ ਜੀਵਨ ਵਿਅਰਥ ਜਾਂਦਾ ਹੈ। ਜੀਵਨ ਦਾ ਅਸਲ ਮਕਸਦ ਹੈ ਪ੍ਰਭੂ ਦੇ ਨਾਲ ਪਿਆਰ ਪਾਣਾ, ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਣੀ, ਉਹਨਾਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਤੇ ਪ੍ਰਭੂ ਜਿਹਾ ਹੀ ਹੋ ਜਾਣਾ। ਹਰੀ ਔਰ ਹਰਜਨ ਇੱਕੋ ਸਮਾਨ ਹੋ ਜਾਣ, ਇਹ ਜੀਵਨ ਦਾ ਮਨੋਰਥ ਹੈ। ਸੋ ਨਾਨਕ ਗੁਰਮੁਖ ਉਬਰੇ, ਗੁਰਮੁਖ ਦੇ ਕੱਖੇ ਨੂੰ ਸਿਆਰੀ ਹੈ, ਗੁਰੂ ਦੇ ਸਨਮੁਖ ਰਹਿਣ ਵਾਲੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਸਨਮੁਖ ਹੋਣ ਦੇ ਦੁਆਰਾ ਉਭਰ ਜਾਂਦੇ ਹਨ, ਉੱਚੇ ਉੱਠ ਜਾਂਦੇ ਹਨ। ਪਰ ਉਹ ਢੰਗ ਕੀ ਵਰਤਦੇ ਹਨ? ਸਾਚਾ ਨਾਮ ਸੰਭਾਲ। ਸਾਚਾ ਉਹ ਅਕਾਲ ਪੁਰਖ ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੇ ਨਾਮ ਨੂੰ ਸੰਭਾਲ ਕੇ ਹਿਰਦੇ 'ਚ ਵਸਾ ਕੇ ਉਹਦੀ ਯਾਦ ਨੂੰ ਆਪਣੇ ਅੰਦਰ ਟਿਕਾ ਕੇ ਹੀ ਉਹ ਇਹਨਾਂ ਮਾਇਆ ਦੇ ਪਦਾਰਥਾਂ ਦੀ ਖਿੱਚ ਤੋਂ ਉੱਚੇ ਉੱਠ ਜਾਂਦੇ ਹਨ। ਤੇ ਇਸ ਤਰੀਕੇ ਦੇ ਨਾਲ ਉਹ ਮੌਤ ਦੇ ਡਰ ਤੋਂ ਵੀ ਉੱਚੇ ਉੱਠ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਜਿਹੜੀ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਉੱਚੀ ਰਹਿੰਦੀ ਹੈ ਤੇ ਉਹ ਆਤਮਿਕ ਜੀਵਨ ਵੀ ਜਿਉਂਦੇ ਹਨ। ਅਗਲਾ ਸ਼ਲੋਕ ਹੈ ਮਹਿਲਾ ਪਹਿਲਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ, ਬਾਹਰ ਚਟਵੀਆਂ, ਰੀਸਾ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰੱਤੀਆਂ, ਮਾਨੈ ਸੁਖ ਰਲੀਆਂ, ਹੁੰਦੈ ਤਾਨ ਨਿਤਾਣੀਆਂ, ਰਹਿ ਨਿਮਾਣੀਆਂ, ਨਾਨਕ ਜਨਮ ਸਕਾਰਥਾ, ਜੇ ਤਿਨ ਕੈ ਸੰਗ ਮਿਲਾ। ਇੱਥੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ, ਜੋ ਤੀਸਰੀ ਪੰਕਤੀ ਹੈ, ਰੀਸਾ ਕਰੈ ਤਿਨਾੜੀਆਂ, ਜੋ ਸੇਵੈ ਦਰ ਖੜੀਆਂ। ਉੱਥੇ ਕਰੇ ਦੇ ਸਪੈਲਿੰਗ ਜਿਹੜੇ ਹਨ ਰਾਰੇ ਨੂੰ ਸਿਹਾਰੀ ਦੇ ਨਾਲ ਆਇਆ ਹੈ, ਜੋ ਕਿ ਅਸਲ ਦੇ ਵਿੱਚ ਇੱਕ ਮਿਸਪ੍ਰਿੰਟ ਹੈ। ਇਹ ਛਾਪੇ ਦੇ ਬੀੜਾਂ ਦੇ ਵਿੱਚ ਰਾਰੇ ਨੂੰ ਸਿਹਾਰੀ ਹੈ, ਹਸਤਲਿਖਤ ਬੀੜਾਂ ਦੇ ਅੰਦਰ ਹਾਹੇ ਨੂੰ ਸਿਹਾਰੀ ਹੈ, ਜੋ ਕਿ ਕਰੈਕਟ ਹੈ। ਔਰ ਇਹਦਾ ਕਰੇ ਦਾ ਸਰੂਪ ਪੱਕਾ ਰਾਰਾ ਹਾਹੇ ਨੂੰ ਸਿਹਾਰੀ, ਇਹੀ ਜੋ ਬੋਲੀ ਦੀ ਵਿਆਕਰਨ ਦਾ ਜੋ ਨਿਯਮ ਹੈ ਉਹਦੇ ਮੁਤਾਬਕ ਵੀ ਇਹੀ ਕਰੈਕਟ ਸਰੂਪ ਹੈ। ਤੋ ਇੱਥੇ ਲੱਗੀ ਸਿਹਾਰੀ ਭਾਵੇਂ ਰਾਰੇ ਨੂੰ ਹੋਈ ਹੈ, ਪਰ ਇਸ ਤੇ ਅਰਥ ਕਰਨ ਲੱਗਿਆਂ ਔਰ ਇਸ ਦਾ ਉਚਾਰਨ ਕਰਨ ਲੱਗਿਆਂ ਕਰੀ ਨਹੀਂ ਪੜਨਾ, ਇਸ ਨੂੰ ਕਰੈ ਹੀ ਪੜਨਾ ਹੈ, ਜੋ ਹਾਹੇ ਦੀ ਸਿਹਾਰੀ ਦੇ ਮੁਤਾਬਕ। ਔਰ ਅਰਥ ਵੀ ਉਸੇ ਤਰੀਕੇ ਦੇ ਨਾਲ ਹੀ ਕਰਨੇ ਹਨ। ਦਰਪਣ ਦੇ ਵਿੱਚ ਵੀ ਜਦੋਂ ਅਰਥ ਕੀਤੇ ਗਏ ਹਨ ਤੇ ਉਹ ਕਰੈ ਹਾਹੇ ਨੂੰ ਸਿਹਾਰੀ ਨਾਲ ਹੀ ਦੱਸਿਆ ਗਿਆ ਹੈ। ਪਰ ਇਹ ਹੁਣ ਜੋ ਮੂਲ ਪਾਠ ਹੈ, ਜੋ ਛਾਪੇ ਦੇ ਬੀੜਾਂ ਦੇ ਵਿੱਚ ਹੈ, ਉੱਥੇ ਗਲਤ ਜੋ ਹੈ ਪ੍ਰਿੰਟ ਹੋ ਚੁੱਕਾ ਹੈ ਔਰ ਇਵੇਂ ਹੀ ਚੱਲਦਾ ਆ ਰਿਹਾ ਹੈ। तो इस श्लोक के गुरु नानक पातशाह फरमाते हैं कि गल्ली असी चंगियां, आचारी बुरियां। मनुखों के बारे आम जो वतीरा वरतारा है इंसानों का, उन्होंने जीव इस्त्री के रूप उन्होंने वरत के उसके उन्होंने होंद नूं ये गुरबाणी च गुरु साहब ने अनेकों बारी वरत्या है अलंकार इस तरीके का कि मनुखों नूं जीव इस्त्री के रूप के प्रोजेक्ट किया गया है, प्रेजेंट किया गया है। तो एक पंक्ति भी गुरबाणी जाती है, इस जग में पुरख एक है होर सगली नार सबाई। भाव सारे मनुख चाहे वह पुरुष हैं चाहे स्त्रियां हैं, सारिया ही उस अकाल पुरख दियां पैदा कीतियां हुई जीव रूपी स्त्रियां हैं। तो इस जग के पुरख जो है वो केवल मात्र एक अकाल पुरख ही है। तो इसलिए मनुखों के वास्ते जीव स्त्री का अलंकार गुरबाणी अनेकों बारी वरत्या गया है और उत्थे इस गल नूं बिल्कुल स्पष्ट तौर पर समझ लेना चाहिए है कि ये कोई सिर्फ स्त्रियों के वास्ते गल नहीं हो रही, पुरुषों और स्त्रियां दोनों के उत्ते एप्लीकेबल है। अलंकार जो है वो स्त्री का वरत्या गया है। तो जिथे भी इत्थे स्त्री के खसम की गल आएगी वो खसम अकाल पुरख वाहिगुरू के बारे ही वो गल की गई होएगी। तो गल्ली असी चंगियां, आचारी बुरियां, असी जीव स्त्रियां गल्लां दे विच तां चंगियां हो, गल्लां असी चंगियां ही करते हैं बहुत है आम तौर पर,
ਜਦੋਂ ਵੀ ਕਿਸੇ ਦੂਜੇ ਦੇ ਨਾਲ ਅਸੀਂ ਡਿਸਕਸ ਕਰਦੇ ਹਾਂ, ਅਸੀਂ ਆਪਣਾ ਜੋ ਧਾਰਮਿਕ ਗ੍ਰੰਥਾਂ ਦਾ ਗਿਆਨ ਜਾਂ ਹੋਰ ਲਿਟਰੇਚਰ ਪੜ੍ਹਿਆ ਹੋਏ ਦਾ ਗਿਆਨ ਹੁੰਦਾ ਹੈ, ਉਹਦੀ ਵਰਤੋਂ ਕਰਕੇ ਅਸੀਂ ਵਧੀਆ ਵਧੀਆ ਗੱਲਾਂ ਕਰਦੇ ਹਾਂ। ਸੱਚ ਆਚਰਣ ਹੋਣਾ ਚਾਹੀਦਾ ਹੈ, ਸੱਚ ਦਾ ਜੀਵਨ ਹੋਣਾ ਚਾਹੀਦਾ ਹੈ, ਦੁਨੀਆ ਦਾ ਭਲਾ ਕਰਨਾ ਚਾਹੀਦਾ ਹੈ, ਲੋਭ ਨਹੀਂ ਕਰਨਾ ਚਾਹੀਦਾ, ਕ੍ਰੋਧ ਨਹੀਂ ਕਰਨਾ ਚਾਹੀਦਾ, ਫਲਾਣਾ ਫਲਾਣਾ, ਮਾਇਕ ਪਦਾਰਥਾਂ ਨਾਲ ਮੋਹ ਨਹੀਂ ਕਰਨਾ ਚਾਹੀਦਾ। ਇਹੋ ਜਿਹੀਆਂ ਗੱਲਾਂ ਸਭ ਨੂੰ ਕਰਨੀਆਂ ਆਉਂਦੀਆਂ ਨੇ। तो गल्लां असीं कर लेंदे हां। आचारी बुरीआं, आचारी भाव आचरण दे विच प्रैक्टिकल तौर दे उत्ते, चाल चलन दे तौर दे उत्ते उदों साडा वजीरा बिल्कुल बदल जांदा है। जो असीं गल्लां चंगियां कीतियां हुंदियां ने वो आचरण दे विच नज़र नहीं आउंदियां। आचरण साडा बुरा हुंदा है, बिल्कुल ओपोजिट हुंदा बहुती वारी। और ये सोचने वाली गल है, देखो कि भाई ये गल गुरु नानक पातशाह 500 तो वध साल पहला कर रहे हैं, जो कि उन्होंने अपने आले दुआले के समाज के लोगों के विच ऑब्जर्व किया, देखा, तां ही उन्हों का जो जो विहार है, वरतों विहार है, वो बारे गुरु साहब ने यह गल फर्स्ट परसन च की है, तो उन्होंने इस तरह पेश की है। तो आम मनुखता की यह समस्या है और अज भी कायम है। अज भी दुनिया के अंदर जिन्ने लोग हैं उन्होंने उत्ते ये जो डिस्क्रिप्शन है फिट बैठती है कि गल्ली असी चंगियां, आचारी बुरियां, मनो कुसुदा कालियां, बाहर चिटवियां। मनो मन करके, मन की है, विचारां दा समूह है। तो साडे विचार जिहड़े ने वो मन दे अंदर संचित हुंदे ने, इकट्ठे हुंदे ने, ते मन करके असी कुसुद, कुसुद दा मतलब हुंदा है, शुद्ध दा मतलब हुंदा है निर्मल पवित्र, ते जिथे कू अगे लग गया कुशुद्ध, ओदा मतलब हुंदा है जो शुद्ध नहीं है, भाव मैला है, खोटा है। मन करके साडे विचार जिहड़े ने वो साडियां गल्लां तो बिल्कुल ओपोजिट ने, कू लग जांदा उन्हां दे अगे। जिहड़े असीं चंगे करदे गल्लां वो विचारां दे विच वो साडे विचार बिल्कुल उस तों ओपोजिट हुंदे ने, शुद्ध नहीं हुंदे, वो कुसुद्ध हुंदे ने। तो मनो कुसुद्दां कालियां, काला रंग आम तौर के उत्ते किसी नैगेटिव सेंस ही बहुती करके वरत्या जाता है। जिहड़ी चीज़ असी काली कहते हैं कि भाई ये चंगी नहीं है, सोहनी नहीं है, ये खराब हो गई है, ये काली पै गई है। तो जिवें दाल च कुछ काला है तो की कहा जाता है भाई दाल दे विच कोई रोड़ या जो कंकड़ जिहड़ा आ जाता वो काला ही हुंदा है। आम तौर पर कोरड़ू भी काले हुंदे हैं। तो काली चीज़ जिहड़ी आम तौर पर खोट की जिहड़ी है रिप्रजेंटेशन करती है। तो गुरु साहब कहते हैं कि मन के जिहड़े साडे विचार ने वो खोटे ने, माड़े ने, काले ने, भाव बुरियाई वाले ने। बाहर चिटवियां, बाहरों असी चिट्टे दुध धोते साफ सुथरे नज़र आते हैं। आम जिहड़े सपोज बहुते पुराने जमाने के चिट्टे ही कपड़े पाते सन, तो उपर जो मैल लग जानी या कोई गंदगी पै जानी तो फिर वो डार्क कलर हो जाना, तां ही कहा जाता भी ये मैल नाल काले हो गए हैं। धूड़ मिट्टी के नाल भी जो उन्होंने उत्ते कालख का जो इंप्रैशन आंदा सीगा। तो कालख जिहड़ी है वो मैल की सूचक है, तो चिट्टापन जिहड़ा है वो निर्मलता का, सफाई का सूचक है। तो बाहरों असी चिट्टे बन के रहंदे हाँ, पवित्र बन के नज़र आते हाँ, चंगे बन के लोगों को दिसदे हाँ, अपने आप को रिप्रजेंट करते हाँ कि असी बड़े चंगे सुभाव वाले, चंगे आचरण वाले हाँ। पर मन के साडे विचार जिहड़े ने वो खोटे हुंदे हैं, काले हुंदे हैं, भाव बुरे विचार हुंदे हैं। तो ये पखंड की जो वृत्ति है, जो साडा आचरण है, ये बड़ा वाइड स्प्रेड है और बहुती दुनिया जिहड़ी है वो इसे तरीके की ही हुंदी है। पर इस सब कुछ के बावजूद चाहते असीं कुछ होर हाँ कि भाई साडा जिहड़ा ये खोट वाला जीवन है, इहदा सानूं इहदी असलीयत ना पता लगे किसी नूं। जो इहदा एज ए रिजल्ट सानूं जो सज़ा मिलनी है वो तो असीं किसी तरह बच जाइए, बल्कि असीं रिवार्ड की आस रखते हाँ। तो उस गल नूं गुरु साहब ने इंज बयान किया है कि रीसा करें तिनाड़ियां जो सेवें दर खड़ियां, कि असी प्राप्तियां के मामले दे विच, रिवार्ड के मामले दे विच उन्हां दी रीस करते हाँ जिहड़ियां जीव इस्त्रियां
बड़े सुचेत होके प्रभु दे दर ते प्रभु दी दरगाह दे विच प्रभु दे प्यार दे विच सुचेत रहंदियां हन और प्रभु दे नाल प्यार दा रिश्ता जोड़ के ਉਹਦੇ ਦਰ ਤੇ ਹਾਜ਼ਰ ਰਹਿੰਦੀਆਂ ਹਨ। ਜੋ ਸੇਵਾ ਦਰ ਖੜੀਆਂ ਪ੍ਰਭੂ ਦੇ ਦਰ ਤੇ ਖੜੋ ਕੇ ਜਿਹੜੀਆਂ ਸੇਵਾ ਕਰਦੀਆਂ ਹਨ। ਸੇਵਾ ਕੀ ਕਰਨੀ ਹੁੰਦੀ ਹੈ? ਸੇਵਾ ਕਰਦੀਆਂ ਹਨ ਭਾਵ ਪ੍ਰਭੂ ਦੀ ਰਜ਼ਾ ਦੇ ਵਿੱਚ ਚਲਦੀਆਂ ਹਨ, ਉਹਦੇ ਪਿਆਰ ਦੇ ਵਿੱਚ ਜੀਵਨ ਜਿਉਂਦੀਆਂ ਹਨ। ਇਸੇ ਹੀ ਭਾਵਨਾ ਨੂੰ ਅਗਲੀ ਲਾਈਨ 'ਚ ਹੋਰ ਖੋਲਿਆ ਗਿਆ ਹੈ, ਨਾਲ ਖਸਮੈ ਰੱਤੀਆਂ ਮਾਣੈ ਸੁਖ ਰਲੀਆਂ। ਉਹ ਪ੍ਰਭੂ ਦੇ ਪਿਆਰ ਦੇ ਵਿੱਚ ਉਹਦੇ ਰੰਗ ਦੇ ਵਿੱਚ ਰੰਗੀਆਂ ਰਹਿੰਦੀਆਂ ਹਨ। ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਪ੍ਰਭੂ ਦਾ ਪਿਆਰ ਬਣਿਆ ਰਹਿੰਦਾ ਹੈ ਅਤੇ ਉਹਦੇ ਮਿਲਾਪ ਦਾ ਉਹ ਸੁਖ ਆਨੰਦ ਮਾਣਦੀਆਂ ਹਨ। ਮਾਣੈ ਸੁਖ ਰਲੀਆਂ, ਸੁਖ ਰਲੀਆਂ ਭਾਵ ਆਨੰਦ ਦੀ ਅਵਸਥਾ ਮਾਣਦੀਆਂ ਹਨ। ਇਹ ਵੀ ਅਲੰਕਾਰ ਜੋ ਹੈ ਮਨੁੱਖੀ ਸਮਾਜ ਦੇ ਵਿੱਚ ਜੋ ਇਸਤਰੀ ਨੂੰ, ਜਿਸ ਇਸਤਰੀ ਨੂੰ ਪਤੀ ਦਾ ਮਿਲਾਪ ਹਾਸਲ ਹੁੰਦਾ ਹੈ, ਉਹਦੇ ਵਾਸਤੇ ਇਹ ਸ਼ਬਦਾਵਲੀ ਵਰਤੀ ਜਾਂਦੀ ਹੈ ਕਿ ਉਹ ਸੁਖ ਰਲੀਆਂ ਮਾਣ ਰਹੀ ਹੈ, ਉਹਦਾ ਪਤੀ ਉਹਦੇ ਕੋਲ ਰਹਿੰਦਾ ਹੈ, ਉਹਦੇ ਨਾਲ ਪਿਆਰ ਕਰਦਾ ਹੈ। ਤਾਂ ਇੱਥੇ ਵੀ ਜੀਵ ਇਸਤਰੀਆਂ ਦੀ ਉਸ ਖਸਮ ਦੇ ਨਾਲ ਰੰਗੇ ਹੋਣ ਦੀ, ਪਿਆਰ ਦੇ ਰਿਸ਼ਤੇ ਹੋਣ ਦੀ ਗੱਲ ਕੀਤੀ ਗਈ ਹੈ। ਔਰ ਖਸਮ ਜਿਹੜਾ ਹੈ ਉਹ ਅਕਾਲ ਪੁਰਖ ਵਾਸਤੇ ਜੋ ਹੈ ਇਸ਼ਾਰਾ ਹੈ। ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ, ਉਹ ਹਮੇਸ਼ਾ ਹੀ ਉਸ ਖਸਮ ਮਾਲਕ ਜੋ ਪ੍ਰਮਾਤਮਾ ਹੈ, ਅਕਾਲ ਪੁਰਖ ਹੈ, ਉਹਦੇ ਪਿਆਰ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਹਨ ਔਰ ਉਹਦੇ ਪਿਆਰ ਦੇ ਮਿਲਾਪ ਦਾ ਉਹ ਆਨੰਦ ਮਾਣਦੀਆਂ ਹਨ। ਹਮੇਸ਼ਾ ਹੀ ਖੇੜੇ ਦੀ ਅਵਸਥਾ ਵਿੱਚ ਰਹਿੰਦੀਆਂ ਹਨ। ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਹੰਕਾਰ ਨਹੀਂ ਕਰਦੀਆਂ, ਹੋ ਨਹੀਂ ਕਰਦੀਆਂ। ਉਹਨਾਂ ਨੂੰ ਇਸ ਗੱਲ ਦਾ ਹੰਕਾਰ ਨਹੀਂ ਹੁੰਦਾ ਕਿ ਸਾਡੇ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੈ, ਉਹ ਸਾਡੇ ਨਾਲ ਉਹਦਾ ਪਿਆਰ ਦਾ ਰਿਸ਼ਤਾ ਹੈ। ਹੁੰਦਾ ਤਾਨ ਨਿਤਾਣੀਆਂ ਰਹਿ ਨਿਮਾਨਣੀਆਂ। ਉਹਨਾਂ ਦੇ ਕੋਲ ਭਾਵੇਂ ਕਿਤਨਾ ਵੀ ਪ੍ਰਭੂ ਦੇ ਪਿਆਰ ਦਾ ਸਦਕਾ, ਪ੍ਰਭੂ ਦੀ ਬਖਸ਼ਿਸ਼ਾਂ ਦਾ ਬਲ ਹੁੰਦਾ ਹੈ, ਪਰ ਉਹ ਇਸ ਬਲ ਦੀ ਨੁਮਾਇਸ਼ ਨਹੀਂ ਕਰਦੀਆਂ। ਆਮ ਧਾਰਮਿਕ ਲਿਟਰੇਚਰ ਦੇ ਵਿੱਚ, ਖਾਸ ਤੌਰ ਤੇ ਜੋ ਸਨਾਤਨ ਮਤ ਦੇ ਧਰਮ ਗ੍ਰੰਥ ਨੇ, ਉਹਨਾਂ ਦੇ ਵਿੱਚ ਰਿਸ਼ੀਆਂ ਮੁਨੀਆਂ ਦੇ ਬਾਰੇ ਜਾਂ ਹੋਰ ਦੇਵੀ ਦੇਵਤਿਆਂ ਦੇ ਬਾਰੇ ਇਹੋ ਜਿਹੀ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਨੇ ਕਿ ਫਲਾਣੇ ਰਿਸ਼ੀ ਨੂੰ ਗੁੱਸਾ ਆ ਗਿਆ, ਉਹਨੇ ਕਿਸੇ ਨੂੰ ਸ਼ਰਾਪ ਦੇ ਦਿੱਤਾ, ਜਾਂ ਕਿਸੇ ਦੇਵੀ ਦੇਵਤੇ ਨੇ ਕਿਸੇ ਹੋਰ ਬੰਦੇ ਨੂੰ ਸ਼ਰਾਪ ਦੇ ਦਿੱਤਾ। ਤਾਂ ਉਹਦੇ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਨੇ। ਇੱਕ ਤਾਂ ਇਹ ਕਿ ਬਈ ਉਹ ਜਿਹੜਾ ਰਿਸ਼ੀ ਹੈ ਜਾਂ ਦੇਵੀ ਦੇਵਤਾ ਹੈ, ਉਹਦੇ ਕੋਲ ਇਹ ਤਾਕਤ ਹੈ ਕਿ ਉਹਨੇ ਤਾਕਤ ਦੀ ਵਰਤੋਂ ਕੀਤੀ ਹੈ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਪਰ ਗੁਰੂ ਸਾਹਿਬ ਇੱਥੇ ਗੱਲ ਕਰ ਰਹੇ ਹਨ ਕਿ ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਕੋਲ ਤਾਕਤ ਤਾਂ ਜ਼ਰੂਰ ਆ ਜਾਂਦੀ ਹੈ, ਉਹਨਾਂ ਦੇ ਕੋਲ ਐਸੇ ਗੁਣ, ਐਸੀਆਂ ਸਮਰੱਥਾਵਾਂ ਆ ਜਾਂਦੀਆਂ ਹਨ ਜਿਹੜੀਆਂ ਆਮ ਇਨਸਾਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ, ਪਰ ਉਹ ਐਸੀ ਤਾਕਤ ਦਾ ਇਸਤੇਮਾਲ ਨਹੀਂ ਕਰਦੀਆਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਾਂ ਦੂਜਿਆਂ ਉੱਤੇ ਆਪਣਾ ਸਿੱਕਾ ਜਮਾਉਣ ਵਾਸਤੇ, ਆਪਣਾ ਆਰੋਪ ਪਾਉਣ ਵਾਸਤੇ। ਹੁੰਦਾ ਤਾਂ ਨਿਤਾਣੀਆਂ, ਉਹ ਨਿਤਾਣੀਆਂ ਹੋ ਕੇ ਰਹਿੰਦੀਆਂ ਹਨ, ਆਪਣੇ ਬਲ ਦੀ ਨੁਮਾਇਸ਼ ਨਹੀਂ ਕਰਦੀਆਂ ਤੇ ਨਾ ਹੀ ਉਸ ਦਾ ਹੰਕਾਰ ਕਰਦੀਆਂ। ਰਹਿ ਨਿਮਾਨਣੀਆਂ, ਨਿਮਾਣੀਆਂ ਹੋ ਕੇ ਰਹਿੰਦੀਆਂ, ਨਿਮਰਤਾ ਦੇ ਵਿੱਚ ਰਹਿੰਦੀਆਂ ਹਨ, ਕੋਈ ਹੰਕਾਰ ਨਹੀਂ ਕਰਦੀਆਂ ਕਿ ਸਾਨੂੰ ਇਸ ਗੱਲ ਦੀ ਪ੍ਰਾਪਤੀ ਹੋਈ ਹੈ। ਪਰ ਇੱਕ ਗੱਲ ਇੱਥੋਂ ਸਾਨੂੰ ਪੱਕੀ ਸਮਝ ਲੈਣੀ ਚਾਹੀਦੀ ਹੈ ਕਿ ਜੇ ਕੋਈ ਬੰਦਾ ਆਪਣੇ ਮੂੰਹੋਂ ਐਸੀਆਂ ਗੱਲਾਂ ਸਾਨੂੰ ਸਾਰਿਆਂ ਨੂੰ ਸੁਣਾਉਂਦਾ ਫਿਰਦਾ ਹੋਵੇ, ਮੈਂ ਇਤਨੇ ਘੰਟੇ ਨਾਮ ਸਿਮਰਨ ਕਰਦਾ ਹਾਂ, ਮੈਂ ਫਲਾਣਾ ਦਾਨ ਪੁੰਨ ਦਾ ਕੰਮ ਕਰਦਾ ਹਾਂ, ਜਿਹੜੇ ਆਪਣੇ ਗੁਨਾਹ ਦਾ, ਆਪਣੀਆਂ ਚੰਗਿਆਈਆਂ ਦਾ ਵਿਖਿਆਨ ਆਪ ਹੀ ਕਰਦਾ ਹੋਵੇ, ਪੁੱਛਿਆ ਜਾਂ ਬਿਨਾਂ ਪੁੱਛਿਆ ਵੀ, ਤਾਂ ਉਹ ਸੈਲਫ ਸੈਂਟਰਡ ਇਨਸਾਨ ਜਿਹੜੇ ਹਨ ਉਹ ਕਿਸੇ ਤਰੀਕੇ ਵੀ ਇਸ ਡੈਫੀਨੇਸ਼ਨ ਦੇ ਵਿੱਚ ਫਿੱਟ ਨਹੀਂ ਬੈਠਦੇ ਕਿ ਨਾਲ ਖਸਮੈ ਰੱਤੀਆਂ ਮਾਣੈ ਸੁਖ ਰਲੀਆਂ, ਹੁੰਦਾ ਤਾਨ ਨਿਤਾਣੀਆਂ ਰਹਿ ਨਿਮਾਨਣੀਆਂ। ਤਾਂ ਜੋ ਅਸਲ ਪ੍ਰਭੂ ਦੇ ਪਿਆਰੇ ਹਨ, ਜੋ ਪ੍ਰਭੂ ਦੇ ਭਗਤ ਹਨ, ਉਹ ਆਪਣੇ ਅੰਦਰ ਆਤਮਿਕ ਬਲ ਹੋਣ ਦੇ ਬਾਵਜੂਦ ਵੀ ਉਹਦੀ ਨੁਮਾਇਸ਼ ਨਹੀਂ ਕਰਦੇ, ਉਹਨੂੰ ਦੂਜਿਆਂ ਦੇ ਉੱਤੇ ਨਜਾਇਜ਼ ਵਰਤਦੇ ਵੀ ਨਹੀਂ ਹਨ ਤੇ ਨਾ ਹੀ ਉਹਦਾ ਹੰਕਾਰ ਕਰਦੇ ਹਨ। ਲੋਕਾਂ ਦੇ ਉੱਤੇ ਉਹਦਾ ਪ੍ਰਭਾਵ ਵੀ ਨਹੀਂ ਪਾਉਂਦੇ ਕਿ ਵੀ ਹਾਂ ਸਾਡੇ ਕੋਲ ਕੁਝ ਹਾਸਲ ਕੀ ਹੋਇਆ ਹੈ। ਤਾਂ ਐਸੇ ਇਨਸਾਨ ਜਿਹੜੇ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਹੋਏ, ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਹੁੰਦੇ ਹਨ, ਪਰ ਫਿਰ ਵੀ ਨਿਮਾਣੇ ਨਿਮਰਤਾ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਹੀ
ਜੀਵਨ ਜੀਵਿਆ ਹੋਇਆ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਸਫਲ ਹੈ। ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾ। ਉਹ ਕਹਿੰਦੇ ਹਨ ਕਿ ਸਾਡਾ ਵੀ ਜਨਮ ਸਫਲ ਹੋ ਸਕਦਾ ਹੈ ਜੇ ਸਾਨੂੰ ਵੀ ਐਸੇ ਗੁਰਮੁਖਾਂ ਦੀ ਸੰਗਤ ਮਿਲ ਜਾਵੇ ਜਿਨ੍ਹਾਂ ਦੀ ਡਿਸਕ੍ਰਿਪਸ਼ਨ ਉੱਪਰ ਆਈ ਹੈ ਕਿ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦਾ ਤਾਨ ਨਿਤਾਣੀਆਂ ਰਹਿ ਨਿਮਾਨਣੀਆਂ। तो ऐसे गुरमुखां दी ही संगत सानू हमेशा लभन का यतन करना चाहिए है। गुरु नानक पातशाह तो आप उन्होंने अपने बारे भी ये गल बयान की है कि गुरमुख खोजत पे उदासी, कि वो भी ऐसे गुरमुखां की खोज दे विच ही वो संसार की यात्रा ते निकले सन, जिहड़े धर्म प्रचार के दौरे जिन्होंने उदासियां का नाम दिता जाता है। जो सिद्धा ने उन्होंने पूछा भी किस काम वास्ते तुसीं इत्थे बाहर भ्रमण कर रहे हो, कादे वास्ते आए हो, तो गुरमुख खोजत पे उदासी गुरु नानक पातशाह ने फरमाया सीगा कि ऐसे सज्जना दी मिलन दी मैनू तांग है जिहड़े गुरु दे दसे हुए राह ते उत्ते जीवन जाच के अनुसार जीवन जिउंदे हन। ते गुरु दी दसी हुई जीवन जाच है प्रभु दे नाल प्यार दा रिश्ता जोड़ना, प्रभु दी सिफत सलाह करनी, प्रभु दे गुण गाने, प्रभु दे गुणां नूं धारण करना। तो उन्हों की डिस्क्रिप्शन गुरु साहब ने इन्होंने पंक्तियां दी है कि नाल खसमै रत्तियां माणै सुख रलियां मुंडा तान निताणियां। ये गल बड़ी इंपॉर्टेंट है। ज्यों ही गुरु साहब ने आनंद की अवस्था में उन्होंने की उच्ची आत्मक अवस्था की गल की है, नाल ही ये क्वेश्चन भी कर दिता है कि बई ये सब कुछ होंदियां होया भी वो नजायज़ अपने बल का प्रगटावा नहीं करते अते हंकार नहीं करते। मुंडा तान निताणियां रह निमाननियां। ऐसे ही गुरमुखां दी प्रभु के प्यारियां दी संगत की कामना गुरु साहब ने आप भी की है तो सानू भी सेहत बख्शी है कि साडा जन्म भी सकारथा सफल हो सकता है जे तिनकै संग मिला। जे ऐसे गुरमुखां दा संगत सानू प्राप्त हो जाए, उन्हां दा संग सानू मिल जाए, उन्हां दा साथ मिल जाए। साथ मिलन नाल होएगा कि ये नहीं है कि भाई चलो उन्होंने हाथ मिला लिया तो काम पूरा हो गया। साथ का भाव यही होंदा है कि उन्होंने संगत दे विच असीं भी उन्होंने तो प्रेरणा लैके उन्होंने वर्गी जीवन जाच नूं अपना सकीए, उस तरीके की अपनी जिंदगी नूं भी घड़ सकीए, अपनी जिंदगी की घाड़त भी उस तरीके की घड़ सकीए जो जे जीवन पद्धति जो जीवन जाच उन्होंने अपनाई है। तो फिर साडा भी आचरण जिहड़ा है वो चंगा हो जाएगा। साडे उत्ते फिर ये गल नहीं ढुकेगी कि गल्ली असीं चंगियां आचारी बुरियां। इस चीज़ जो ट्रांसफॉर्मेशन हो जाएगी, ये ट्रांसफॉर्मेशन पॉसीबल है जो गुरमुखां की संगत विच मिलिया जाए तो फिर असी गल्ली भी चंगियां ते आचारी भी चंगियां हो सकदियां हाँ, फिर बाहरों भी चिटमियां ते मनों भी चिट्टियां हो सकदियां हाँ। सो इस करके जड़ियां प्रभु के दर ते खड़ियां हन, प्रभु के प्यार दे विच रंगियां हुईयां हन, उहदे मिलाप का आनंद माणदियां हन। इस सब कुछ होने के बावजूद भी जड़ियां हंकार तो रहत रहिंदियां हन, निमाणियां होकर रहिंदियां हन, उन्हां दी संगत की कामना गुरु साहब ने इस श्लोक विच कीती है। सानू भी प्रेरणा की है कि नानक जन्म सकारथा जे तिनकै संग मिला। जे उन्हां दी संगत मिल जाए तो साडा भी जन्म सफल हो सकता है। जन्म सफल की पहचान की है, निशानी की है, मनुखा जीवन का मनोरथ ही है प्रभु दे नाल अभेद होना, प्रभु दे वर्गे बन जाना। तो वो गुण उन्हां तो वेख के उन्हां तो प्रेरणा लैके साडे अंदर भी प्रभु दे गुण आ जान, उहदी वडियाइयां सिफत सलाह दे नाल असीं जुड़ जाइए तो साडा भी जन्म सकारथा हो जाएगा। पौड़ी तू आपे जल मीना है आपे, आपे ही आप जाल, तू आपे जाल वताइंदा आपे विच सेबाल, तू आपे कमल अलिपत है सह हत्था विच गुलाल, तू आपे मुकत कराइंदा एक निमख घड़ी कर ख्याल, हर तुदों बाहर किछ नहीं गुर शब्दी वेख निहाल। इस पौड़ी विच परमात्मा नूं संबोधन करके गुरु साहब ने उहदी वडियाइयां गायन कीतियां हन, उहदी सर्व व्यापकता का बयान किया है, उहदे सर्व समर्थ होने का बयान किया है। तो ये टेक्नीक गुरबाणी च बहुत बारी वरती गई है कि परमात्मा नूं हाज़र नाज़र जान के
ਸਿੱਧੀ ਇੱਕ ਉਹਨੂੰ ਸੰਬੋਧਿਤ ਹੋ ਕੇ ਡਾਇਰੈਕਟ ਗੱਲ ਉਹਦੇ ਨਾਲ ਕੀਤੀ ਗਈ ਹੈ। ਤਾਂ ਪ੍ਰਮਾਤਮਾ ਨੂੰ ਪਿਆਰ ਦੇ ਨਾਲ ਸੰਬੋਧਨ ਵੀ ਤੂੰ ਕਹਿ ਕੇ ਕੀਤਾ ਗਿਆ ਹੈ। ਤੂੰ ਆਪੇ ਜਲ ਮੀਨਾ ਹੈ ਆਪੇ, हे प्रभु तू आप ही जल है, आप पानी है, मीना है आपे, मीन कहते हैं मच्छी नूं, ते उस जल विच वसन वाली मछली भी तू आप ही है। हुण मछली दा असीं सारे जानते हाँ कि जीवन पानी दे विच ही है, पानी तो बाहर कड्डो तो मच्छी मर जाती है। सो मच्छी नूं जीवन देण वाला जल रूप प्रभु वो भी आप है। ਤੇ ਇਹਦਾ ਭਾਵ ਅਰਥ ਇਸ ਤਰ੍ਹਾਂ ਵੀ ਲਿਆ ਜਾਂਦਾ ਹੈ ਕਿ ਸਾਰੇ ਜੀਵਾਂ ਦੇ ਵਿੱਚ ਜਿਨ੍ਹਾਂ ਨੂੰ ਮੱਛੀ ਦੀ ਤਸ਼ਬੀਹ ਦਿੱਤੀ ਗਈ ਹੈ, ਅਸੀਂ ਸਾਰੇ ਜੀਵ ਮਾਨੋ ਮੱਛੀ ਦਾ ਰੂਪ ਹਾਂ। ਸਾਡਾ ਜੀਵਨ ਹੈ ਜਲ ਦੇ ਅੰਦਰ ਤੇ ਉਹ ਜਲ ਰੂਪ ਪ੍ਰਭੂ ਵੀ ਉਹ ਆਪ ਹੀ ਹੈ। ਸਾਡਾ ਜੀਵਨ ਜਿਸ ਦੇ ਆਧਾਰ ਦੇ ਉੱਤੇ ਹੈ ਉਹ ਜਲ ਉਹ ਵੀ ਪ੍ਰਭੂ ਹੀ ਹੈ ਆਪ। ਭਾਵ ਕੀ ਹੈ ਕਿ ਕੁਦਰਤ ਕਰਕੇ ਵਸਿਆ ਸੋ। ਹੁਣ ਇਨਸਾਨ ਦਾ ਜੀਵਨ ਦੇ ਵਾਸਤੇ ਜੋ ਕੁਝ ਵੀ ਸ੍ਰਿਸ਼ਟੀ ਦੇ ਵਿੱਚ ਸਾਡੇ ਕੋਲ ਨਿਯਮਤਾਂ ਹਨ, ਜੋ ਵੀ ਸਾਡੇ ਕੋਲ ਸਾਰੇ ਪਦਾਰਥ ਹਨ ਜਿਨ੍ਹਾਂ ਦੇ ਬਗੈਰ ਸਾਡਾ ਜੀਵਨ ਸੰਭਵ ਨਹੀਂ ਹੈ, ਚਾਹੇ ਉਹ ਪਾਣੀ ਹੈ, ਚਾਹੇ ਉਹ ਹਵਾ ਹੈ, ਚਾਹੇ ਉਹ ਬਨਸਪਤੀ ਹੈ ਜਾਂ ਹੋਰ ਧਰਤੀ ਦੇ ਉੱਤੇ ਹੋਰ ਅਨੇਕਾਂ ਪਦਾਰਥ ਹਨ। ਇਹ ਸਭ ਚੀਜ਼ਾਂ ਉਸ ਪ੍ਰਭੂ ਦੀਆਂ ਹੀ ਪੈਦਾ ਕੀਤੀਆਂ ਹੋਈਆਂ ਹਨ ਤੇ ਉਹ ਆਪ ਇਸ ਸਾਰੀ ਕੁਦਰਤ ਦੇ ਵਿੱਚ ਆਪਣੇ ਆਪ ਨੂੰ ਉਸਨੇ ਟਿਕਾਇਆ ਹੋਇਆ ਹੈ। ਸੋ ਉਸੇ ਨੂੰ ਹੀ ਹੋਰ ਸਿੰਪਲੀਫਾਈ ਕਰਕੇ ਗੁਰੂ ਸਾਹਿਬ ਨੇ ਇੱਥੇ ਜੋ ਮਿਸਾਲ ਦੇ ਦਿੱਤੀ ਹੈ ਸਾਗਰ ਦੀ ਅਤੇ ਮੱਛੀ ਦੀ, ਤੂੰ ਆਪੇ ਜਲ ਮੀਨਾ ਹੈ ਆਪੇ। हे ਪ੍ਰਭੂ ਇਹ ਮੱਛੀ ਰੂਪ ਜੀਵ ਵੀ ਤੂੰ ਆਪ ਹੈ ਤੇ ਮਛਲੀ ਦਾ ਜੋ ਜੀਵਨ ਜਿਸ ਦੇ ਉੱਤੇ ਆਧਾਰਿਤ ਹੈ ਉਹ ਉਸਦੇ ਜੀਵਨ ਦਾ ਆਧਾਰ ਰੂਪੀ ਜਲ ਵੀ ਤੂੰ ਆਪ ਹੀ ਹੈ। ਤੇ ਹੁਣ ਅਗਲੀ ਗੱਲ ਹੋਰ ਬੜੀ ਇੰਟਰਸਟਿੰਗ ਹੈ ਜਿਹੜੀ ਕਿ ਉਸ ਅਕਾਲ ਪੁਰਖ ਦੇ ਇਕਲੌਤੇ ਇੱਕੋ ਇੱਕ ਰੂਪ ਹੋਣ ਦੇ ਸਿਧਾਂਤ ਦੀ ਪੈਰਵੀ ਕਰਦੀ ਹੈ, ਉਸ ਦੀ ਪ੍ਰੋੜਤਾ ਕਰਦੀ ਹੈ। ਇਹ ਤੇ ਵੀ ਸਨਾਤਨ ਮਤ ਵਾਲਾ ਕੋਈ ਪੈਦਾ ਕਰਨ ਵਾਲਾ, ਸੰਭਾਲਣ ਵਾਲਾ ਤੇ ਨਾਸ਼ ਕਰਨ ਵਾਲਾ ਕੋਈ ਵੱਖੋ ਵੱਖਰਾ ਦੇਵਤਾ ਨਹੀਂ ਹੈ ਕਿ ਆਪੇ ਹੀ ਆਪ ਜਾਲ ਕਿ ਮਛਲੀ ਨੂੰ ਜਾਲ ਵਿੱਚ ਫਸਾਉਣ ਵਾਲਾ, ਜਿਹੜੀ ਜਾਲ ਵਿੱਚ ਫਸ ਕੇ ਉਹਦਾ ਜੀਵਨ ਨਸ਼ਟ ਹੁੰਦਾ ਹੈ, ਉਹ ਜਾਲ ਵੀ ਤੂੰ ਆਪ ਹੀ ਹੈ। ਸੋ ਜੀਵਨ ਦੇਣ ਵਾਲਾ ਵੀ ਤੂੰ ਹੈ, ਜੀਵਨ ਦੀ ਦਾ ਆਧਾਰ ਨੂੰ ਸਪੋਰਟ ਕਰਨ ਵਾਲਾ ਵੀ ਤੂੰ ਆਪ ਹੈ ਤੇ ਜੀਵਨ ਦੇ ਅੰਤ ਕਰਨ ਵਿੱਚ ਵੀ ਤੂੰ ਆਪ ਹੀ ਇਨਵੋਲਡ ਹੈ। ਤੂੰ ਹੀ, ਤੇਰੇ ਰਾਹੀਂ ਹੀ ਜੀਵਨ ਦਾ ਅੰਤ ਹੁੰਦਾ ਹੈ। ਫਿਰ ਅਗਲੀ ਗੱਲ ਹੋਰ ਵਧੀਆ ਕਿ ਜਿਹੜਾ ਮਛੇਰਾ ਜਾਲ ਫੈਲਾਉਂਦਾ ਹੈ ਉਹਦੇ ਬਾਰੇ ਵੀ ਗੱਲ ਕਰ ਦਿੱਤੀ ਗੁਰੂ ਸਾਹਿਬ ਨੇ। ਨਿਰਾ ਜਾਲ ਹੀ ਨਹੀਂ, ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇਬਾਲ। ਸੇਬਾਲ ਆਮ ਤੌਰ ਦੇ ਉੱਤੇ ਉਸ ਕਾਈ ਦੇ ਵਾਸਤੇ ਵਰਤਿਆ ਜਾਂਦਾ ਹੈ ਲਫ਼ਜ਼, ਜਿਹੜੀ ਪਾਣੀ ਦੇ ਵਿੱਚ ਹਰੇ ਰੰਗ ਦੀ ਕਾਈ ਜੰਮ ਜਾਂਦੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਜਿਹੜਾ ਜਾਲ ਫੈਲਾਉਣ ਵਾਲਾ ਮਛੇਰਾ ਹੈ ਉਹ ਵੀ ਤੂੰ ਹੀ ਹੈ ਤੇ ਪਾਣੀ ਦੇ ਅੰਦਰ ਜਿਹੜੀ ਕਾਈ ਹੈ ਉਹ ਵੀ ਤੂੰ ਆਪ ਹੀ ਹੈ। ਭਾਵ ਹਰ ਚੀਜ਼ ਵਿੱਚ ਤੂੰ ਆਪ ਸਮਾਇਆ ਹੋਇਆ ਹੈ, ਤੂੰ ਸਰਵ ਵਿਆਪਕ ਹੈ। ਫਿਰ ਅੱਗੇ ਹੋਰ ਇਸੇ ਹੀ ਅਲੰਕਾਰ ਨੂੰ ਹੋਰ ਅੱਗੇ ਜਿਹੜਾ ਐਕਸਪੈਂਡ ਕਰਦੇ ਨੇ, ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ। ਔਰ ਉਸ ਜਿਵੇਂ ਪਾਣੀ ਦੇ ਅੰਦਰ ਉਹ ਕਾਈ ਦੇ ਵਿੱਚ ਹੀ ਜਿਹੜਾ ਕਾਈ ਜਿੱਥੇ ਜੰਮਦੀ ਹੈ ਉੱਥੇ ਆਮ ਤੌਰ ਉੱਤੇ ਉਸ ਚਿੱਕੜ ਰੂਪੀ ਕਾਈ ਦੇ ਵਿੱਚ ਹੀ ਕਮਲ ਦਾ ਫੁੱਲ ਦਾ ਜਨਮ ਹੁੰਦਾ ਹੈ, ਉੱਥੋਂ ਹੀ ਪੈਦਾ ਹੁੰਦਾ ਹੈ, ਪਰ ਉਹ ਰਹਿੰਦਾ ਪਾਣੀ ਤੋਂ ਉੱਚਾ ਹੈ। ਇਸ ਕਰਕੇ ਕਿਹਾ ਗਿਆ ਹੈ ਤੂੰ ਆਪੇ ਕਮਲ ਅਲਿਪਤ ਹੈ। ਅਲਿਪਤ ਮਤਲਬ ਜਿਹੜਾ ਉਸ ਚਿੱਕੜ ਦੇ ਵਿੱਚ, ਉਸ ਕਾਈ ਦੇ ਵਿੱਚ ਲਿਪਤ ਨਹੀਂ ਹੁੰਦਾ, ਉਹ ਉਹਦੇ ਨਾਲ ਚੰਬੜਦਾ ਨਹੀਂ ਹੈ। ਤੇ हे ਪ੍ਰਭੂ ਤੂੰ ਜਾਲ ਪਾਉਣ ਵਾਲਾ ਵੀ ਤੂੰ ਹੈ, ਜਾਲ ਵੀ ਤੂੰ ਹੈ, ਪਾਣੀ ਵੀ ਤੂੰ ਹੈ, ਮੱਛੀ ਵੀ ਤੂੰ ਹੈ, ਕਾਈ ਵੀ ਤੂੰ ਹੈ, ਕਾਈ 'ਚ ਪੈਦਾ ਹੋਇਆ ਕਮਲ ਵੀ ਤੂੰ ਹੈ ਤੇ ਉਸ ਕਮਲ ਜਿਹੜਾ ਹੈ ਤੂੰ ਹੋ ਕੇ ਤੂੰ ਉਸ ਕਾਈ ਤੋਂ ਅਲਿਪਤ ਵੀ ਰਹਿੰਦਾ ਹੈ। ਫਿਰ ਅੱਗੇ ਕਹਿੰਦੇ ਹਨ ਸਹਿ ਹੱਥਾਂ ਵਿੱਚ ਗੁਲਾਲ। ਗੁਲਾਲ ਦਾ ਜੋ ਅਖਰੀ ਅਰਥ ਕੀਤਾ ਗਿਆ ਹੈ ਦਰਪਣ ਦੇ ਵਿੱਚ ਕੀਤਾ ਹੈ ਸੋਹਣਾ, ਸੁੰਦਰ। ਤੇ ਸਹਿ ਹੱਥਾਂ ਤੋਂ ਭਾਵ ਹੈ 100 ਹੱਥ ਡੂੰਘਾ, ਭਾਵ ਬਹੁਤ ਡੂੰਘਾ। तो भाव ਜਿਹੜਾ ਇਹ ਜਲ ਹੈ, ਇਹ ਜਿਹੜਾ ਸਮੁੰਦਰ ਹੈ ਬਹੁਤ ਡੂੰਘਾ ਹੈ। ਇਸ ਡੂੰਘੇ ਸਮੁੰਦਰ ਦੇ ਵਿੱਚ ਤੂੰ ਆਪ ਮੌਜੂਦ ਹੈ। ਇਸ ਸੋਹਣੇ ਸਾਰੇ ਜਲ ਦੇ ਅੰਦਰ ਤੂੰ ਆਪ ਮੌਜੂਦ ਹੈ।
ਭਾਈ ਕਾਹਨ ਸਿੰਘ ਨਾਭਾ ਨੇ ਗੁਲਾਲ ਦੇ ਕੁਝ ਹੋਰ ਹੀ ਵੱਖਰੇ ਅਰਥ ਵੀ ਕੀਤੇ ਹਨ ਜਿਹੜੇ ਹੋਰ ਕਿਤੇ ਨਹੀਂ ਮਿਲਦੇ। ਉਹਨਾਂ ਨੇ ਇਸ ਗੱਲ ਦਾ ਰੈਫਰੈਂਸ ਦਿੱਤਾ ਹੈ ਕਿ ਵੀ ਪੰਜਾਬੀ ਬੋਲੀ ਦੇ ਅੰਦਰ ਕੱਕੇ ਦਾ ਲਫ਼ਜ਼ ਗੱਗੇ ਦੇ ਵਿੱਚ ਕਈ ਵਾਰ ਤਬਦੀਲ ਹੋ ਜਾਂਦਾ ਹੈ, ਜਿਵੇਂ ਪ੍ਰਕਾਸ਼ ਤੋਂ ਪ੍ਰਗਾਸ। तो इस तरीके की उन्होंने 2-3 होर भी मिसालां दित्तियां हन। तो बई कक्का लफ्ज़ दा गग्गा बन जाता है। तो उन्होंने ये करता है अर्थ किलाल, तो किलाल तो फिर उन्होंने अर्थ कर दिता है कि पानी। तो ये अर्थ इस करके नहीं टुकते, फिर उन्होंने अर्थ किया है कि पानी दे विच, इस डूंगे पानी दे विच वो कमल जिहड़ा लिपट रहिंदा है। पर ये पानी दे विच वाले अर्थ गुलाल दे इस करके नहीं हो सकते क्योंकि गुलाल दे लल्ले नूं औंकड़ लगी हुई है। जे सियारी हुंदी तां विच वाले अर्थ तां हो जाने सन, तो इस तरह नहीं हो सकते। तो इस करके गुलाल जड़ा है वो एक वचन पुलिंग नाम के रूप में ही ये अर्थ किए जा सकते हैं, या विशेषण के रूप में एक वचन के अर्थ किए जा सकते हैं। तो ये सुंदर सोहना ही अर्थ जिहड़ा है इहदा इत्थे टुकदा है। सो तू आपे कमल अलिपत है सह हत्थां विच। सह हत्थां दा भाव हुंदा है सैकड़े हत्थ डूंगे पानी विच, भाव बड़े गहरे समुंदर दे विच तू ये अलिपत कमल है और सुंदर सुंदर रूप है तेरा। फिर अगे वाहिगुरू दी होर बख्शिश और ओदी वडियाई करदे होया गुरु साहब फरमाते हैं कि तू आपे मुकत कराएंदा एक निमख घड़ी कर ख्याल। कि जेड़ा भी कोई जीव एक पलक पर, निमख का समय का मतलब हुंदा है एक अख झपकन जितना समा, फ्रैक्शन ऑफ ए सेकंड, इन्ने को थोड़े समय वास्ते भी जड़ा तेरा कोई विचार करता है या कोई घड़ी तेरा विचार करता है, तेरा ध्यान अपने याद विच लियांदा है, अपनी सुरत विच तेनू याद करता है, तू आपे मुकत कराएंदा। तू आप ही उन्होंने इस माया दे जाल दे विचों मुकत करा देंदा है। ਜਿਹੜਾ जगत ਦੇ ਵਿੱਚ ਹੋਮੇ ਦਾ ਮਾਇਆ ਦਾ ਤੂੰ ਪਸਾਰਾ ਪਸਾਰਿਆ ਹੈ, ਉਹ ਤੇਰੀ ਯਾਦ ਵਿੱਚ ਜੁੜਨ ਵਾਲਿਆਂ ਨੂੰ ਤੂੰ ਆਪ ਹੀ ਉਹਨਾਂ ਨੂੰ ਇਸ ਹੋਮੇ ਦੇ ਜਾਲ ਤੋਂ ਮੁਕਤ ਕਰ ਦਿੰਦਾ ਹੈ, ਉੱਚਾ ਉਠਾ ਲੈਂਦਾ ਹੈ। ਜਿਵੇਂ ਪਹਿਲੇ ਸ਼ਲੋਕ ਵਿੱਚ ਹੋਮੇ ਤੋਂ ਉਭਰਨ ਦੀ ਗੱਲ ਆਈ ਸੀ, ਤਾਂ ਉਭਰਦੇ ਉਹੀ ਹਨ ਜਿਹੜੇ ਪ੍ਰਭੂ ਦੇ ਨਾਮ ਦੇ ਨਾਲ ਜੁੜਦੇ ਹਨ। ਤਾਂ ਇੱਥੇ ਵੀ ਗੁਰੂ ਸਾਹਿਬ ਨੇ ਪੌੜੀ ਦੇ ਅੰਦਰ ਉਹੀ ਗੱਲ ਦੁਹਰਾਈ ਹੈ, ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ। ਜਿਹੜੇ ਇੱਕ ਘੜੀ ਜਾਂ ਇੱਕ ਪਲਕ ਮਾਤਰ ਵੀ ਜਿਹੜੇ ਤੇਰਾ ਧਿਆਨ ਧਰਦੇ ਹਨ, ਇੰਨੇ ਕੁ ਛੋਟੇ ਸਮੇਂ ਵਾਸਤੇ ਵੀ ਜਿਹੜਾ ਤੈਨੂੰ ਯਾਦ ਕਰਦੇ ਹਨ, ਤੂੰ ਉਹਨਾਂ ਨੂੰ ਇਸ ਜਾਲ ਦੇ ਵਿੱਚੋਂ ਛੁਡਾ ਦਿੰਦਾ ਹੈ, ਮੁਕਤ ਕਰਾ ਦਿੰਦਾ ਹੈ। ਆਖਰੀ ਪੰਕਤੀ ਵਿੱਚ ਕਹਿੰਦੇ ਹਨ ਹਰ ਤੁਧੋਂ ਬਾਹਰ ਕਿਛ ਨਹੀਂ, ਕਿ ਤੇਰੇ ਤੋਂ ਪਰੇ, ਤੇਰੇ ਵਸ ਤੋਂ ਬਾਹਰ ਕੋਈ ਚੀਜ਼ ਨਹੀਂ ਹੈ। ਹਾਂ ਸਭ ਚੀਜ਼ਾਂ, ਸਭ ਕੁਝ ਤੇਰੇ ਵਸ ਵਿੱਚ ਹੈ, ਤੇਰੇ ਹੀ ਕੰਟਰੋਲ ਵਿੱਚ ਹੈ। तो ये गल कोई किसी को कोई डाउट नहीं होना चाहिए कि प्रभु की कर सकता है तो की नहीं कर सकता। प्रभु सब कुछ कर, सर्व कला समर्थ है, हर तुद्धों बाहर किछ नहीं, तेरे तो बाहर, तेरे तो हट के कुछ भी नहीं है, सब कुछ तेरे ही कंट्रोल विच है। ते अगली गल जिहड़ी सब तो ज्यादा इंपॉर्टेंट है कि गुर शब्दी वेख निहाल। गुरु दे शब्द दे राही ही तेरे दीदार करके निहाल होया जाता है। जिहड़ा भी जीव तेरी याद में जुड़ता है, गुरु के शब्द के द्वारा तेरे दीदार करता है, वो तेरे नाल जुड़ के, तेरी वडियाइयां दे नाल जुड़ के मानो तेरा दीदार करता है, ते खेड़े दे विच आनंद की अवस्था दे विच आ जाता है। निहाल तो भाव है आनंद की अवस्था दे विच आ जाता है, निहाल हो जाता है, खेड़े विच आ जाता है, चढ़दी कला विच आ जाता है। सो हर तुद्धों बाहर किछ नहीं, तू आपे मुकत कराएंदा एक निमख घड़ी कर ख्याल। हर तुद्धों बाहर किछ नहीं, गुर शब्दी वेख निहाल। ਜਿਹੜੇ ਵੀ ਗੁਰੂ ਦੇ ਸ਼ਬਦ ਦੇ ਦੁਆਰਾ ਤੇਰੀ ਯਾਦ ਵਿੱਚ ਜੁੜਦੇ ਹਨ, ਤੇਰੀ ਸਿਫਤ ਸਲਾਹ ਨਾਲ ਜੁੜਦੇ ਹਨ, ਤੇਰੇ ਗੁਨਾਹ ਨਾਲ ਸਾਂਝ ਪਾਉਂਦੇ ਹਨ, ਉਹ ਨਿਹਾਲ ਹੋ ਜਾਂਦੇ ਹਨ, ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਤੇਰੇ ਤੋਂ ਬਾਹਰ ਹੋਰ ਕੁਝ ਨਹੀਂ ਹੈ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਭ ਨੂੰ ਤੂੰ ਇਸ ਹਉਮੈ ਦੇ ਜਾਲ ਤੋਂ ਛੁਡਾਉਣ ਦੇ ਵਿੱਚ ਸਮਰੱਥ ਹੈ। ਜੋ ਵੀ ਤੇਰੇ ਨਾਲ ਸੰਬੰਧ ਜੋੜਦੇ ਹਨ, ਤੇਰੀ ਯਾਦ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹਨ, ਤੂੰ ਉਹਨਾਂ ਨੂੰ ਇਸ ਮਾਇਆ ਦੇ ਹਉਮੈ ਦੇ ਪ੍ਰਭਾਵ ਤੋਂ ਮੁਕਤ ਕਰ ਦਿੰਦਾ ਹੈ। ਸੋ ਇਤਨੇ ਹੀ
ਅੱਜ ਦੇ ਵਿਚਾਰ ਚ ਵਚਨ ਪ੍ਰਵਾਨ ਕਰਨੇ ਜੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।